हाय डियर स्टूडेंट्स, आज अपन सेकेंड यूनिट स्टार्ट करांगे। यूनिट 2 काइनामेटिक्स। द फर्स्ट चैप्टर है मोशन इन अ स्ट्रेट लाइन। पार्टिकल्स दी मोशन चेक करांगे स्ट्रेट लाइन दे विच किवें हुंदी है। ਉਹਦੇ ਲਈ सब तो फर्स्ट टर्म है स्टैटिक्स ते डायनामिक्स। स्टैटिक्स एंड डायनामिक्स की हुंदे ने। जो स्टैटिक्स ते डायनामिक्स आ दोनों बहुत मेन ब्रांचेस ने मकैनिक्स दियां। बोथ आर दी मेन ब्रांचेस ऑफ मकैनिक्स। ठीक, जो स्टैटिक्स है की है स्टडी ऑफ ऑब्जेक्ट्स एट रेस्ट। स्टडी ऑफ ऑब्जेक्ट एट रेस्ट। और डायनामिक्स की है जो ऑब्जेक्ट मोशन दे विच उन्हां दी स्टडी बारे डिस्कस करते हैं। तो असीं स्टैटिक्स नूं किदां डिफाइन करांगे। स्टैटिक्स इज द स्टडी ऑफ ऑब्जेक्ट्स एट रेस्ट। और डायनामिक्स की है स्टडी ऑफ ऑब्जेक्ट्स एट मोशन। जो ऑब्जेक्ट्स दी मोशन हुंदी आ उहनूं असीं फर्दर टू टाइप नाल डिस्कस करते हैं, टू सब हैडिंग्स दे के। एक हुंदी है काइनामेटिक्स, दूसरा की है डायनामिक्स। फर्स्ट है काइनामिक्स, दूसरा है डायनामिक्स। हुण जो है काइनामिक्स और डायनामिक्स की ने। काइनामिक्स दे विच असीं मोशन ऑब्जेक्ट दी स्टडी करनी है, बट ये चीज नहीं देखनी कि किस कारण करके हो रही है। मतलब कॉज नू प्रेफरेंस नहीं देनी, कॉज नू निगलैक्ट कर देना इहदे विच, ठीक है। बट डायनामिक्स विच कॉज नू भी इंपोर्टेंस देनी है, ठीक है। किस कारण करके जो साडी मोशन हो रही है उन्होंने असीं देखना, वो डायनामिक्स आ। और जिहदे विच असीं कॉज नू नहीं कंसीडर करना, वो की है साडे कोल काइनामेटिक्स। ਤਾਂ ਕਾਈਨਾਮੈਟਿਕਸ ਨੂੰ ਅਸੀਂ ਕਿਵੇਂ ਡਿਫਾਈਨ ਕਰ ਸਕਦੇ ਹਾਂ। ਦ ਸਟੱਡੀ ਆਫ ਮੋਸ਼ਨ ਆਫ ਆਬਜੈਕਟ ਵਿਦਆਊਟ ਟੇਕਿੰਗ ਇਨਟੂ ਅਕਾਊਂਟ ਆਫ ਕੌਜ਼ ਆਫ ਮੋਸ਼ਨ। ਅਸੀਂ ਕਿਸ ਕਾਰਨ ਕਰਕੇ ਮੋਸ਼ਨ ਹੋਈ ਉਹਦੇ ਕੌਜ਼ ਨੂੰ ਨਹੀਂ ਕੰਸੀਡਰ ਕਰਨਾ, ਉਹਨੂੰ ਨਹੀਂ ਦੇਖਣਾ, ਠੀਕ ਹੈ। ਉਹ ਸਾਡੀ ਹੋਗੀ ਕਾਈਨਾਮੈਟਿਕਸ। ਨੈਕਸਟ ਹੈ ਡਾਇਨਾਮੈਟਿਕਸ। ਡਾਇਨਾਮਿਕਸ ਦੀ ਸਟੱਡੀ ਆਫ ਮੋਸ਼ਨ ਆਫ ਆਬਜੈਕਟ by taking into account of cause of change in state। कि state change ਹੁੰਦਾ ਕੀ ਕਾਰਨ ਆ, ਅਸੀਂ ਅਗਰ ਉਹਨੂੰ ਕੰਸੀਡਰ ਕਰ ਰਹੇ ਹਾਂ ਤਾਂ ਇਹਨੂੰ ਡਾਇਨਾਮਿਕਸ ਆ। ਅਗਰ ਅਸੀਂ cause ਨੂੰ ਕੰਸੀਡਰ ਨਹੀਂ ਕਰ ਰਹੇ, ਵਿਦਆਊਟ cause ਲੈ ਰਹੇ ਹਾਂ, then ਉਹ ਕੀ ਆ ਕਾਈਨਾਮੈਟਿਕਸ। स्टैटिक्स, डायनामिक्स, काइनामेटिक्स और डायनामिक्स तो इलावा नेक्स्ट टर्म है रेस्ट एंड मोशन। रेस्ट एंड मोशन किसी भी ऑब्जेक्ट नूं असीं रेस्ट या फिर मोशन विच देखण दे लई साडे कोल की होने चाहिए है, दो ऑब्जेक्ट्स। असीं की करदे हैं रेस्ट ते मोशन चेक करन दे लई रिलेट करदे हैं दो ऑब्जेक्ट्स नूं, ठीक है। जिद्दां देखो ਅਸੀਂ रोड ਤੇ जा रहे हैं, ਅਸੀਂ कोई व्हीकल ਦੇ ਵਿੱਚ ट्रैवल करते पे हैं, ਅਸੀਂ ਕੀ ਦੇਖਦੇ ਆ ਬੱਸ ਵਿੱਚ ਜਾ ਰਹੇ ਹਾਂ। ਬੱਸ ਦੇ ਵਿੱਚ ਦੋ ਪੈਸੇਂਜਰ ਬੈਠੇ ਹੋਏ ਆ ਇੱਕ ਸੀਟ ਦੇ ਉੱਤੇ, ਇੱਕ ਦੂਸਰੇ ਨੂੰ ਦੇਖਦੇ ਤਾਂ ਸਾਨੂੰ ਕੀ ਲੱਗਦਾ ਕਿ ਅਸੀਂ ਕਿਸ ਸਟੇਟ ਉੱਤੇ ਆ, ਰੈਸਟ ਉੱਤੇ। ਬਟ ਅਗਰ ਅਸੀਂ ਬੱਸ ਵਿੱਚੋਂ ਵਿੰਡੋ ਚੋਂ ਬਾਹਰ ਦੇਖਦੇ ਪਏ ਆ, ਦੈਨ ਅਸੀਂ ਕੀ ਨੋਟਿਸ ਕਰ ਰਹੇ ਹਾਂ ਕਿ ਟਰੀਜ਼ ਪਿੱਛੇ ਵੱਲ ਨੂੰ ਜਾ ਰਹੇ ਆ। ਇਟ ਮੀਨਸ ਟਰੀਜ਼ ਦੇ ਕੰਪੈਰੀਜ਼ਨ ਅਸੀਂ ਕੀ ਕਰ ਰਹੇ ਹਾਂ, ਮੂਵ ਕਰ ਰਹੇ ਹਾਂ, ਠੀਕ ਹੈ। ਬਾਹਰ ਵਾਲੇ ਬਾਹਰ ਕੋਈ ਪੀਪਲ ਖੜੇ ਆ ਬੱਸ ਦੇ ਬਾਹਰ, ਠੀਕ ਹੈ, ਉਹਨਾਂ ਦੇ ਹਿਸਾਬ ਨਾਲ ਅਸੀਂ ਕੀ ਆ ਮੂਵ ਕਰਦੇ ਪਏ ਆ। ਅਗਰ ਉਹ ਸਾਨੂੰ ਆਬਜ਼ਰਵ ਕਰ ਰਹੇ ਆ ਤਾਂ ਅਸੀਂ ਉਹ ਕੀ ਕਹਿਣਗੇ ਕਿ ਬੱਸ ਵਿੱਚ ਜੋ ਪੈਸੇਂਜਰਸ ਨੇ ਉਹ ਮੂਵ ਕਰ ਰਹੇ ਆ। ਬਟ ਅਸੀਂ ਉਹਨਾਂ ਨੂੰ ਦੇਖ ਕੇ ਕੀ ਕਵਾਂਗੇ, ਉਹ ਕੀ ਨੇ, ਰੈਸਟ ਵਿੱਚ ਨੇ। ਤਾਂ ਕੋਈ ਵੀ ਚੀਜ਼ ਰੈਸਟ ਜਾਂ ਫਿਰ ਮੋਸ਼ਨ ਵਿੱਚ ਚੈੱਕ ਕਰਨ ਦੇ ਲਈ ਦੋ ਫੰਕਸ਼ਨਸ ਹੋਣੇ ਜ਼ਰੂਰੀ ਹੈ, ਠੀਕ ਹੈ। ਤਾਂ ਦੋ ਚੀਜ਼ਾਂ ਦੇ ਵਿੱਚ ਅਸੀਂ ਰਿਲੇਟ ਕਰ ਸਕਦੇ ਹਾਂ। ਤਾਂ ਰੈਸਟ ਤੇ ਮੋਸ਼ਨ ਦੋਨੋਂ ਕੀ ਨੇ, ਇਹ ਰਿਲੇਟਿਵ ਟਰਮਸ ਨੇ, ਮਤਲਬ ਜਿਨ੍ਹਾਂ ਦੇ ਵਿੱਚ ਅਸੀਂ ਰਿਲੇਟ ਕਰਨਾ। ਬੋਥ ਰੈਸਟ ਐਂਡ ਮੋਸ਼ਨ ਆਰ ਰਿਲੇਟਿਵ ਟਰਮਸ, ਜਿਨ੍ਹਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ, ਰਿਲੇਟ, ਠੀਕ। ਤਾਂ ਰੈਸਟ ਕਿਸੇ ਵੀ ਆਬਜੈਕਟ ਨੂੰ ਅਸੀਂ ਰੈਸਟ ਵਿੱਚ ਕਦੋਂ ਕਵਾਂਗੇ ਜਾਂ ਮੋਸ਼ਨ ਵਿੱਚ ਕਦੋਂ ਕਵਾਂਗੇ। ਫਰਸਟਲੀ ਅਸੀਂ ਕਹਿੰਦੇ ਹਾਂ ਕੋਈ ਵੀ ਆਬਜੈਕਟ ਮੋਸ਼ਨ ਵਿੱਚ ਕਦੋਂ ਹੋਏਗਾ, ਜਦੋਂ ਆਪਣੀ ਸਟੇਟ ਚੇਂਜ ਕਰਦਾ ਪਿਆ, ਆਪਣੀ ਪੋਜੀਸ਼ਨ ਚੇਂਜ ਕਰਦਾ ਪਿਆ ਵਿਦ ਰਿਸਪੈਕਟ ਟੂ ਦੂਸਰਾ ਆਬਜੈਕਟ। ਦੋ ਆਬਜੈਕਟ ਹੈ, ਫਰਸਟ ਆਬਜੈਕਟ ਦੀ ਪੋਜੀਸ਼ਨ ਚੇਂਜ ਹੋ ਰਹੀ ਹੈ ਸੈਕਿੰਡ ਦੇ ਕੰਪੈਰੀਜ਼ਨ, ਦੈਨ ਅਸੀਂ ਇਹਨੂੰ ਕੀ ਬੋਲਾਂਗੇ, ਇਨ ਦੀ ਸਟੇਟ ਆਫ ਮੋਸ਼ਨ। ਜਿੱਦਾਂ ਅਸੀਂ ਬੋਲ ਸਕਦੇ ਹਾਂ ਕਿ ਬਾਹਰ ਖੜਾ ਹੈ ਬੱਸ ਦੇ ਬਾਹਰ ਕੋਈ ਪੈਸੇਂਜਰ, ਉਹ ਕੀ ਕਹੇਗਾ ਕਿ ਜੋ ਬੱਸ ਵਿੱਚ ਬੰਦੇ ਜਾ ਰਹੇ ਨੇ ਉਹ ਕੀ ਮੂਵ ਕਰ ਰਹੇ ਨੇ, ਜਾ ਰਹੇ ਨੇ, ਮੋਸ਼ਨ ਹੈ ਉਹਨਾਂ ਦੇ ਵਿੱਚ। ਤਾਂ ਅਸੀਂ ਕਿਸੇ ਵੀ ਆਬਜੈਕਟ ਨੂੰ ਮੋਸ਼ਨ ਵਿੱਚ ਕਵਾਂਗੇ ਤਾਂ ਉਹਦੀ ਡੈਫੀਨੇਸ਼ਨ ਕੀ ਹੈ, ਐਨ ਆਬਜੈਕਟ ਇਜ਼ ਸੈਡ ਟੂ ਬੀ ਇਨ ਮੋਸ਼ਨ ਇਫ it
ਚੇਂਜ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਸਰਾਊਂਡਿੰਗ। ਸਰਾਊਂਡਿੰਗ ਮਤਲਬ ਆਲਾ ਦੁਆਲਾ, ਆਲੇ ਦੁਆਲੇ ਦੇ ਵਿਦ ਰਿਸਪੈਕਟ ਟੂ ਉਹਦੀ ਪੋਜੀਸ਼ਨ ਚੇਂਜ ਹੋ ਰਹੀ ਆ, ਠੀਕ ਹੈ। ਵਿਦ ਪਾਸਿਸ ਦਾ ਟਾਈਮ, ਟਾਈਮ ਦੇ ਚੇਂਜ ਹੋਣ ਦੇ ਨਾਲ, ਮਤਲਬ ਥੋੜੇ ਥੋੜੇ ਸੈਕਿੰਡਸ ਬਾਅਦ, ਮੰਨ ਲਓ ਹੁਣ ਅਸੀਂ ਕੋਈ ਚੀਜ਼ ਨੋਟਿਸ ਕੀਤੀ, ਉਹ ਇਸ ਪੋਜੀਸ਼ਨ ਉੱਤੇ ਪਈ ਸੀ, ਅਗਰ 2 ਸੈਕਿੰਡ ਬਾਅਦ ਨੋਟ ਕਰ ਰਹੇ ਹਾਂ ਤਾਂ ਉਹਦੀ ਪੋਜੀਸ਼ਨ ਆ ਪਹੁੰਚ ਗਈ, ਮਤਲਬ ਇੱਥੋਂ ਤੋਂ ਇੱਥੇ ਤੱਕ ਚਲੇ ਗਈ। ਤਾਂ ਅਸੀਂ ਇਹਨੂੰ ਕੀ ਕਵਾਂਗੇ ਕਿ ਮੋਸ਼ਨ ਦੇ ਵਿੱਚ ਆਬਜੈਕਟ, ਠੀਕ ਹੈ। ਟਾਈਮ ਦੇ ਚੇਂਜ ਹੋਣ ਦੇ ਨਾਲ, ਟਾਈਮ ਦੇ ਪਾਸ ਹੋਣ ਦੇ ਨਾਲ, ਔਰ ਸਰਾਊਂਡਿੰਗ ਦੇ ਵਿਦ ਰਿਸਪੈਕਟ ਟੂ ਉਹਦੀ ਪੋਜੀਸ਼ਨ ਜਿਹੜੀ ਹੈ ਚੇਂਜ ਹੋ ਰਹੀ ਹੈ, ਦੈਨ ਅਸੀਂ ਉਹਨੂੰ ਕੀ ਬੋਲਾਂਗੇ, ਮੋਸ਼ਨ ਦੇ ਵਿੱਚ ਆ। ਬਟ ਅਗਰ ਸੇਮ ਰਹਿ ਰਹੀ ਹੈ ਉਹਦੀ ਪੋਜੀਸ਼ਨ ਟਾਈਮ ਦੇ ਚੇਂਜ ਹੋਣ ਦੇ ਨਾਲ ਵੀ, ਔਰ ਸਰਾਊਂਡਿੰਗ ਦੇ ਵਿਦ ਰਿਸਪੈਕਟ ਟੂ ਉਹਦੀ ਪੋਜੀਸ਼ਨ 'ਚ ਕੋਈ ਚੇਂਜ ਨਹੀਂ ਆ ਰਿਹਾ, ਦੈਨ ਅਸੀਂ ਉਹਨੂੰ ਕੀ ਬੋਲਾਂਗੇ, ਇਨ ਦੀ ਸਟੇਟ ਆਫ ਰੈਸਟ। ਕਿਸੇ ਆਬਜੈਕਟ ਨੂੰ ਰੈਸਟ ਵਿੱਚ ਕਵਾਂਗੇ ਇਫ an object does not change its position with respect to surrounding with the passage of time, it is said to be in rest। ਹੁਣ ਦੇਖੋ ਇਹਦੀ ਐਗਜ਼ਾਮਪਲਸ ਕੀ ਹੋਣਗੀਆਂ ਮੋਸ਼ਨ ਦੀਆਂ। ਅਸੀਂ ਕਹਿ ਸਕਦੇ ਹਾਂ ਐਰੋਪਲੇਨ ਜਾ ਰਿਹਾ, ਬਰਡ ਫਲਾਈ ਕਰਦੇ ਪਏ ਆ, ਠੀਕ ਹੈ, ਕੋਈ ਸਬਮਰੀਨ ਜਾ ਰਹੀ ਹੈ, ਜਾਂ ਫਿਰ ਕੋਈ ਵੀ ਸ਼ਿਪ ਜਾ ਰਹੀ ਹੈ, ਤਾਂ ਅਸੀਂ ਇਹਨਾਂ ਸਾਰਿਆਂ ਨੂੰ ਅਸੀਂ ਕੀ ਕੰਸੀਡਰ ਕਰ ਲਾਂਗੇ, ਇਨ ਦੀ ਸਟੇਟ ਆਫ ਮੋਸ਼ਨ। ਬਟ ਕੁਝ ਐਵੇਂ ਦੇ ਪਾਰਟੀਕਲਸ ਵੀ ਹੁੰਦੇ ਆ ਜਿਹੜੇ ਮੋਸ਼ਨ ਵਿੱਚ ਹੁੰਦੇ ਆ ਬਟ ਸਾਨੂੰ ਦਿਖਦੇ ਨਹੀਂ, ਜਿੱਦਾਂ ਅਸੀਂ ਬੋਲਦੇ ਨੇ ਗੈਸ ਦੇ ਮੋਲੀਕਿਊਲ ਰੈਂਡਮਲੀ ਕੋਲਾਈਡ ਕਰਦੇ ਆ, ਰੈਂਡਮਲੀ ਇਨ ਦੀ ਸਟੇਟ ਆਫ ਮੋਸ਼ਨ ਹੁੰਦੇ ਆ, ਬਟ ਸਾਨੂੰ ਗੈਸ ਦੇ ਪਾਰਟੀਕਲ ਬਹੁਤ ਛੋਟੇ ਹੁੰਦੇ ਆ, ਬਹੁਤ ਜ਼ਿਆਦਾ ਟਿਨੀ ਹੁੰਦੇ ਆ, ਸੋ ਸਾਨੂੰ ਦਿਖਦੇ ਨਹੀਂ, ਅਸੀਂ ਉਹਨਾਂ ਨੂੰ ਵੀ ਕੀ ਕੰਸੀਡਰ ਕਰਾਂਗੇ, ਇਨ ਦੀ ਸਟੇਟ ਆਫ ਮੋਸ਼ਨ। ਨੈਕਸਟ ਆ ਜਾਂਦਾ ਸਾਡੇ ਕੋਲ ਕਨਸੈਪਟ ਜਿਹੜਾ ਪੁਆਇੰਟ ਆਬਜੈਕਟ ਦਾ, ਔਰ ਪੁਆਇੰਟ ਆਬਜੈਕਟ ਕੀ ਹੈ ਇੱਥੇ ਉਹਦੇ ਬਾਰੇ ਡਿਸਕਸ ਕਰਾਂਗੇ। ਜਦੋਂ ਅਸੀਂ ਕਿਸੇ ਵੀ ਆਬਜੈਕਟ ਨੂੰ ਉਹਦੀ ਮੋਸ਼ਨ ਨੂੰ ਸਟੱਡੀ ਕਰਦੇ ਹਾਂ ਤਾਂ ਅਸੀਂ ਉਹਨਾਂ ਦੇ ਕਈ ਵਾਰ ਡਾਇਮੈਂਸ਼ਨਸ ਨੂੰ ਨਹੀਂ ਦੇਖਦੇ, ਠੀਕ ਹੈ। ਜਿੱਦਾਂ ਹੁਣ ਮੰਨ ਲੈਂਦੇ ਹਾਂ ਕੋਈ ਬੱਸ ਹੈ, ਜਾ ਰਹੀ ਹੈ, ਬੱਸ ਮੰਨ ਲਓ ਕਿ 100 ਕਿਲੋਮੀਟਰ ਡਿਸਟੈਂਸ ਟਰੈਵਲ ਕੀਤਾ, ਠੀਕ ਹੈ, ਔਰ ਬੱਸ ਦੀ ਖੁਦ ਦੀ ਕੋਈ ਲੈਂਥ ਹੋਏਗੀ, ਅਸੀਂ ਉਹ ਲੈਂਥ ਨੂੰ ਕੰਸੀਡਰ ਨਹੀਂ ਕਰਦੇ, ਅਸੀਂ ਸਿਰਫ ਇਹ ਦੇਖਦੇ ਕਿ ਕਿੰਨਾ ਡਿਸਟੈਂਸ ਟਰੈਵਲ ਕੀਤਾ, ਤਾਂ ਜੋ ਇਹਦੀ ਲੈਂਥ ਹੋ ਸਾਡੇ ਕੋਲ ਇੱਕ ਜਸਟ ਪੁਆਇੰਟ ਬਣ ਜਾਂਦੀ ਹੈ ਕਿ ਬੱਸ ਨੇ ਮੂਵ ਕੀਤਾ, ਠੀਕ ਹੈ। ਔਰ ਇਹਨੂੰ ਅਸੀਂ ਕੀ ਕੰਸੀਡਰ ਕਰ ਸਕਦੇ ਹਾਂ ਕਿ ਪੁਆਇੰਟ ਆਬਜੈਕਟ, ਠੀਕ ਹੈ, ਜਿਹਦੇ ਅਸੀਂ ਖੁਦ ਦੀਆਂ ਡਾਇਮੈਂਸ਼ਨਸ ਨੂੰ ਕੰਸੀਡਰ ਨਹੀਂ ਕਰਦੇ, ਉਹਨੇ ਕਿੰਨਾ ਡਿਸਟੈਂਸ ਮੇਜ਼ਰ ਕੀਤਾ, ਸਿਰਫ ਅਸੀਂ ਇਹ ਚੀਜ਼ ਦੇਖਦੇ ਹਾਂ, ਤਾਂ ਉਹਨੂੰ ਅਸੀਂ ਪੁਆਇੰਟ ਆਬਜੈਕਟ ਕੰਸੀਡਰ ਕਰ ਸਕਦੇ ਹਾਂ। ਤੁਸੀਂ ਇਦਾਂ ਵੀ ਕਹਿ ਸਕਦੇ ਹੋ ਕਿ ਬੱਸ ਨੇ 100 ਕਿਲੋਮੀਟਰ ਡਿਸਟੈਂਸ ਟਰੈਵਲ ਕੀਤਾ, ਬੱਸ ਦੀ ਖੁਦ ਦੀ ਲੈਂਥ ਕੀ ਹੋਏਗੀ 1 ਮੀਟਰ, ਤਾਂ 100 ਕਿਲੋਮੀਟਰ ਦੇ ਕੰਪੈਰੀਜ਼ਨ 1 ਮੀਟਰ ਤਾਂ ਬਹੁਤ ਛੋਟਾ, ਤਾਂ ਅਸੀਂ ਇਹਨੂੰ ਨਿਗਲੈਕਟ ਕਰ ਸਕਦੇ ਹਾਂ, ਠੀਕ ਹੈ। ਔਰ ਨਿਗਲੈਕਟ ਕਰਕੇ ਅਸੀਂ ਇਹਨੂੰ ਪੁਆਇੰਟ ਆਬਜੈਕਟ ਐਜ਼ਿਊਮ ਕਰ ਸਕਦੇ ਹਾਂ, ਠੀਕ। ਸੋ ਅਸੀਂ ਡੈਫੀਨੇਸ਼ਨ ਵਿੱਚ ਬੋਲ ਸਕਦੇ ਹਾਂ ਮਕੈਨਿਕਸ ਦੇ ਵਿੱਚ ਪੁਆਇੰਟ ਆਬਜੈਕਟ ਕੀ ਹੈ, ਅ ਪਾਰਟੀਕਲ ਇਨ ਦੀ ਜਿਓਮੈਟ੍ਰੀਕਲ ਮਾਸ ਪੁਆਇੰਟ ਔਰ ਮਟੀਰੀਅਲ ਬੋਡੀ ਆਫ ਨੈਗਲੀਜੀਬਲ ਡਾਇਮੈਂਸ਼ਨ, ਜਿਹਦੀਆਂ ਡਾਇਮੈਂਸ਼ਨਸ ਨੈਗਲੀਜੀਬਲ ਬੋਲ ਸਕਦੇ ਹਾਂ, ਜਾਂ ਫਿਰ ਉਹਦਾ ਮਾਸ ਕੀ ਹੋਏਗਾ, ਬਹੁਤ ਜ਼ਿਆਦਾ ਛੋਟਾ ਹੋਏਗਾ, ਤਾਂ ਅਸੀਂ ਉਹਨੂੰ ਪੁਆਇੰਟ ਆਬਜੈਕਟ ਐਜ਼ਿਊਮ ਕਰ ਸਕਦੇ ਹਾਂ।